ਦੀ ਜਿਹਦੀ ਨੀਂਹ ਸ਼ਬਦ ਦੀ ਬੁਨਿਆਦ ਦੀ ਹੋਵੇਗੀ ਉਹ ਕਦੀ ਖਤਮ ਨਹੀਂ ਹੋ ਸਕੇਗੀ। ਫਿਰ ਬੇਨਤੀ ਸੁਣਿਓ, ਹਾਂ ਪੋਲੀਟੀਕਲ ਲਹਿਰਾਂ ਉੱਠਦੀਆਂ ਨੇ, ਬਣਦੀਆਂ ਨੇ, ਢੱਟ ਜਾਂਦੀ, ਕਿੰਨੀਆਂ ਉੱਠੀਆਂ ਤੁਹਾਡੇ ਅੱਖਾਂ ਦੇ ਸਾਹਮਣੇ, ਕਿੰਨੀਆਂ ਉੱਠੀਆਂ। ਪਰ ਜਦੋਂ ਅਸੀਂ ਸਿੱਖੀ ਦੀ ਗੱਲ ਕਰਾਂਗੇ, ਯਾਦ ਰੱਖੋ ਇਹਨੂੰ ਕੇਵਲ ਬਾਹਰ ਮੁਖੀ ਜਥੇਬੰਦਕ ਸੀਮਤ ਨਾ ਰੱਖੀਏ। ਇਹਦੇ ਪਿੱਛੇ ਜਿਹੜੀ 10 ਗੁਰਾਂ ਦੀ ਰੂਹਾਨੀ ਤਾਕਤ ਦਾ ਖਜ਼ਾਨਾ ਭਰਿਆ ਪਿਆ, ਉਸ ਖਜ਼ਾਨੇ ਨੇ ਕਦੀ ਸਾਨੂੰ ਮਰਨ ਨਹੀਂ ਦੇਣਾ। ਮੈਂ ਇੱਕ ਵਾਰ ਇਹ ਵੀ ਕਿਹਾ ਸੀ ਕਿ ਡੱਲੇ ਨੇ ਪੁੱਛਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅਰਥ ਕੀ ਨੇ। ਜਦੋਂ ਮਹਾਰਾਜ ਮਾਲਵੇ ਗਏ ਤੇ ਸੱਚੇ ਪਾਤਸ਼ਾਹ ਜੀ ਨੇ ਇਹੀ ਕਿਹਾ, ਕਹਿਣ ਲੱਗੇ ਡੱਲਿਆ ਵਾਹਿਗੁਰੂ ਜੀ ਕਾ ਖਾਲਸੇ ਦਾ ਅਰਥ ਇਹ ਨਹੀਂ ਜਿਵੇਂ ਡੱਲੇ ਦੀ ਜ਼ਮੀਨ, ਡੱਲੇ ਦਾ ਘਰ, ਡੱਲੇ ਦੀਆਂ ਮੱਝਾਂ ਗਾਵਾਂ ਨਹੀਂ ਪਿਆਰਿਆ। ਜਿਵੇਂ ਸੂਰਜ ਤੋਂ ਬਿਨਾਂ ਕਿਰਨ ਨਹੀਂ, ਰੁੱਖ ਦੀ ਜੜ ਤੋਂ ਬਿਨਾਂ ਫੁੱਲ ਨਹੀਂ, ਚਸ਼ਮੇ ਤੋਂ ਬਿਨਾਂ ਆੜ ਦਾ ਪਾਣੀ ਨਹੀਂ, ਇਸੇ ਤਰ੍ਹਾਂ ਕੱਲਾ ਖਾਲਸਾ ਨਹੀਂ ਕਿਹਾ। ਇਹਦੀ ਹੋਂਦ ਹੀ ਤਾਂ ਜੇ ਵਾਹਿਗੁਰੂ ਜੀ ਦੀ ਰਹਿਮਤ ਹੈ, ਜੇ ਵਾਹਿਗੁਰੂ ਪਿੱਛੇ ਹੈ ਤੇ ਖਾਲਸਾ ਕਦੀ ਵੀ ਨਹੀਂ ਮਰਦਾ। ਮੈਂ ਜਿਹੜੀ ਅਰਜ਼ ਕਰ ਲੱਗਾ, ਹੁਣ ਦੇਖੋ ਇੱਕ ਪਾਸੇ ਨਾਮ, ਮੈਂ ਹੁਣੇ ਕਿਹਾ ਵੀ ਉਹਨਾਂ ਦੇ ਕਿਲੇ ਖਾਲੀ ਪੈ ਗਏ, ਉਹਨਾਂ ਦੇ ਮਹੱਲ ਖਾਲੀ ਪੈ ਗਏ, ਸਭ ਕੁਝ ਖੰਡਰਾਤ ਹੋ ਗਏ। ਤੇ ਦੂਜੇ ਪਾਸੇ ਸੁਣਿਓ, ਸ਼ਬਦ 'ਚ ਇੰਨਾ ਮਰ ਜਾਣਾ, ਇੰਨਾ ਆਪਣੇ ਆਪ ਨੂੰ ਮਿਟਾ ਦੇਣਾ, ਤੇ ਆਪਣੀ ਅਵਸਥਾ ਨੂੰ ਬਾਣੀ 'ਚ ਕਹਿਣਾ ਵੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਸਾਰੇ ਚਲੋ ਗਏ ਸਿੰਘ ਐਤਕੀ ਲਾਹੌਰ, ਤੁਸੀਂ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਮੱਥਾ ਟੇਕਿਆ, ਕਿੱਡੀ ਕੁ ਗਲੀ ਹੈ। ਇਹ ਵੀ ਅਸਥਾਨ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ। ਪਰ ਮੈਂ ਇੱਕੋ ਗੱਲ ਸੋਚਣਾ, ਜਿਸ ਦਿਨ ਲਾਹੌਰੋਂ ਨਿਕਲੇ, ਮੈਂ ਉਸ ਦਿਨ ਗਲੀ 'ਚੋਂ ਲੰਘਦਿਆਂ ਆਪੋ ਆਪਣੇ ਖਿਆਲ ਨੇ ਮੇਰੇ ਮਨ 'ਚ ਇੱਕੋ ਆਇਆ ਕਿ ਸੱਚੇ ਪਾਤਸ਼ਾਹ ਜਦੋਂ ਬਾਪੂ ਦੀ ਅਰਥੀ ਉੱਠੀ ਹੋਵੇਗੀ, ਇਮੋਸ਼ਨ ਕਰ ਲਈ, 7 ਸਾਲ ਦੇ ਤੁਸੀਂ ਨਾਲ ਤੁਰ ਇਸੇ ਗਲੀ 'ਚ ਲੰਘੇ, ਇੱਥੇ ਤੁਸੀਂ ਘੁੰਗਣੀਆਂ ਵੇਚਦੇ ਰਹੇ। ਮੈਂ ਸੋਚਦਾ ਸਾਂ ਵੀ ਗਲੀ ਤਾਂ ਹੋਈ ਹੈ ਨਾ, ਇੱਥੇ ਤੁਸੀਂ ਘੁੰਗਣੀਆਂ ਵੇਚੀਆਂ। ਜਿੱਦਣ ਤਾਲਾ ਮਾਰ ਕੇ ਗਏ, ਸੋਢੀਆਂ ਦਾ ਮਹੱਲਾ ਹੈ ਸਾਰਾ, ਚਾਚੇ ਤਾਏ ਇੱਥੇ ਹੀ ਨੇ। ਜਿੱਦਣ ਤਾਲਾ ਮਾਰਿਆ ਉਦਣ ਕਿਸੇ ਨੇ ਵੀ ਇਹ ਨਹੀਂ ਕਿਹਾ ਨਾ ਲੈ ਕੇ ਜਾਓ, ਹਰਦਾਸ ਦਾ ਪੁੱਤਰ ਏ, ਅਸੀਂ ਇਹਨੂੰ ਪਾਲਾਂਗੇ। ਨਹੀਂ ਪਿਆਰਿਓ, ਕੌਣ ਨਾ ਜਾਣਦਾ ਸੀ। ਪਰ ਮੈਂ ਜਿਹੜੀ ਅਰਜ਼ ਕਰ ਲੱਗਾ, ਜਿਸ ਦਿਨ ਆਪਣਾ ਆਪਾ ਇੰਨਾ ਮਿਟਾ ਦਿੱਤਾ, ਜਿਹੜੇ ਸਾਰੀ ਜ਼ਿੰਦਗੀ ਨਾਂ ਬਣਾਉਂਦੇ ਰਹੇ ਉਹਨਾਂ ਦੇ ਕਿਲੇ ਖੰਡਰਾਤ ਹੋ ਗਏ। ਜਿਹਨੇ ਆਪਣੇ ਨਾਮ ਨੂੰ ਹੀ ਗੁਰੂ ਸਾਹਮਣੇ ਮਿਟਾ ਦਿੱਤਾ, ਉਹਦੇ ਨਾਮ ਦੇ ਆਵਾਜ਼ੇ ਰੋਜ਼ ਅਮਰ ਮੰਦਰ ਵਿੱਚ ਗੂੰਜਦੇ ਪਏ ਆ। ਮੈਂ ਸਿਰਫ ਇੱਕ ਉਦਾਹਰਨ ਸਾਖੀ ਦੇ ਰੂਪ ਵਿੱਚ ਤਾਂ ਲਈ, ਇਹ ਗੱਲ ਮੇਰੇ ਸਮਝ ਪੈ ਜਾਏ। ਸ਼ਬਦ 'ਚ ਮਰ ਜਾਣਾ, ਹੁਣ ਮਰਨਾ ਕੀ ਸੀ, ਇੱਕ ਉਦਾਹਰਨ ਦੇਣਾ। ਮਰਨਾ ਤਾਂ ਵੈਸੇ ਅੰਦਰ ਦੀ ਅਵਸਥਾ ਹੈ, ਤੇ ਮਰਨ ਵਾਲਾ ਅੱਖਾਂ ਬੰਦ ਕਰ ਜਾਂਦਾ, ਸੱਚੀ ਮੁੱਚੀ ਬੋਲਾ ਹੋ ਜਾਂਦਾ, ਲੂਲਾ ਹੋ ਜਾਂਦਾ, ਪਿੰਗਲਾ ਹੋ ਜਾਂਦਾ, ਗੁੰਗਾ ਹੋ ਜਾਂਦਾ। ਮਰਨ ਦੀ ਇੱਕ ਉਦਾਹਰਨ ਸਿਰ ਮੈਂ ਆਪ ਨੂੰ ਦੇਣ ਲੱਗਾ। ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜੀ ਨੇ ਕਿਹਾ ਥੜੇ ਬਣਾਓ। ਮੈਂ ਥੋੜਾ ਜਿਹਾ ਸਾਖੀ ਤਾਂ ਲੈ ਲਈ ਵੀ ਚਲੋ ਇਹ ਗੱਲ ਮੈਂ ਬੇਨਤੀ ਸਮਝਾ ਸਕਾਂ, ਆਪ ਵਾਹਿਗੁਰੂ ਮੈਂ ਸਮਝ ਸਕਾਂ। ਹਜ਼ੂਰ ਨੇ ਥੜੇ ਬਣਵਾਏ, ਤੇ ਹਿਸਟਰੀ ਨੂੰ ਨਾ ਅੱਖਾਂ ਤੋਂ ਓਲੇ ਕਰੀਏ। ਜਿੰਨੇ ਬੰਦੇ ਰੌਲਾ ਪਾਉਂਦੇ ਆ ਨਾ ਜੀ, ਮੈਂ ਜਦੋਂ ਵੈਸੇ ਤਾਂ ਕਦੀ ਮੈਂ ਸੁਣਦਾ ਹੀ ਨਹੀਂ, ਅਸਲੀਅਤ ਇਹ ਵੇ, ਲੋੜ ਹੀ ਨਹੀਂ। ਪਰ ਕਦੀ ਤੁਸੀਂ ਦੇਖਿਓ, ਕਦੀ ਉਹ ਹਿਸਟਰੀ ਦੀ ਗੱਲ ਨਹੀਂ ਕਰਨਗੇ, ਕਦੀ ਭਾਈ ਗੁਰਦਾਸ ਸਾਹਿਬ ਦੀ ਗੱਲ ਨਹੀਂ ਕਰਨਗੇ, ਕਦੀ ਦਸ਼ਮੇਸ਼ ਪਿਤਾ ਦੀ ਗੱਲ ਨਹੀਂ ਕਰਨਗੇ, ਕਦੀ ਭਾਈ ਨੰਦ ਲਾਲ ਸਾਹਿਬ ਦੀ ਗੱਲ ਨਹੀਂ ਕਰਨਗੇ, ਈਵਨ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣ ਵੀ ਨਹੀਂ ਦੇਣਗੇ। ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਮੈਂ ਸੱਚੀ ਕਹਿਣਾ ਵੀ ਆਉਣ ਵਾਲੇ ਸਮੇਂ 'ਚ ਕੀ ਬਣੇਗਾ ਸਾਡਾ ਪਿਆਰਿਓ। ਪਰ ਫਿਰ ਭਰੋਸੇ ਨਾਲ ਜੀਣਾ, ਜਿੱਦਣ ਕਿਸੇ ਦੀ ਪਿੱਠ ਤੇ ਤੂੰ ਥਾਪੜਾ ਦੇ ਦਿੱਤਾ, ਸਭ ਕੁਝ ਪਲਟ ਕੇ ਰੱਖ ਦੇਣਾ। ਹੁਣ ਉੱਥੇ ਥੜੇ ਮਹਾਰਾਜ ਨੇ ਕਿਹਾ ਬਣਾਓ, ਬੌਲੀ ਦੇ ਸਾਹਮਣੇ ਦੋਨਾਂ ਦਵਾਈਆਂ ਨੂੰ ਕਿਹਾ ਨਾ। ਐ ਸਵੇਰੇ ਮਹਾਰਾਜ ਨੇ ਖੂੰਡੀ ਗੁਰੂ ਅਮਰਦਾਸ ਜੀ ਦੇ, ਸਤਿਗੁਰਾਂ ਦਾ ਕੱਦ ਦਰਮਿਆਨਾ ਹੀ ਸੀ ਗੁਰੂ ਅਮਰਦਾਸ ਜੀ ਦਾ, ਪਰ ਹਜ਼ੂਰ ਦੇ ਜਿਹੜੇ ਕੇਸਾਂ ਦੇ ਪਰਵੱਟੇ ਸਨ ਚਿੱਟੇ ਦੁੱਧ ਵਰਗੇ, ਤੇ ਚਿਹਰਾ ਦਗ ਦਗ ਕਰਦਾ ਹੁੰਦਾ ਸੀ ਗੁਰੂ ਅਮਰਦਾਸ ਜੀ ਦਾ।
ਇਸੇ ਕਰਕੇ ਭੱਟਾਂ ਨੇ ਕਿਹਾ, ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਡਿੱਠੇ ਮਿਲੇ। ਆਏ ਕਹਿਣ ਲੱਗੇ ਇੱਥੇ ਬਣਾਓ ਥੜਾ, ਇੱਥੇ ਸੁਬਾਹ ਬੈਠਾਂਗੇ, ਦੂਸਰਾ ਤੇ ਸ਼ਾਮੀ ਬੈਠਾਂਗੇ। ਸਾਨੂੰ ਸਭ ਨੂੰ ਪਤਾ ਹੈ, ਪਹਿਲੇ ਦਿਨ ਆਏ ਥੜਾ ਢਵਾ ਦਿੱਤਾ, ਤੇ ਜਾਂਦੇ ਕਹਿ ਗਏ ਮੇਰੀ ਮਰਜ਼ੀ ਦਾ ਨਹੀਂ ਬਣਿਆ। ਦੂਜੇ ਦਿਨ ਆਏ ਫਿਰ ਥੜੇ ਬਣੇ, ਕਹਿਤਾ ਢਾ ਦਿਓ। ਤੀਜੇ ਦਿਨ ਥੜਾ ਬਣਾਉਂਦੇ ਪਏ ਨੇ, ਸ਼ਾਮ ਨੂੰ ਮਹਾਰਾਜ ਆਏ ਕਹਿੰਦੇ ਢਾ ਦਿਓ। ਗੁਰੂ ਰਾਮਦਾਸ ਨਾਲ ਹੀ ਢਾ ਦਿੱਤਾ। ਤੇ ਮੈਂ ਸ਼ਬਦ ਗੁਰੂ ਰਾਮਦਾਸ ਹੀ ਵਰਤਣਾ ਪਿਆ ਕਈ ਸਾਲਾਂ ਤੋਂ, ਤੇ ਮੈਂ ਯਤਨ ਕੀਤਾ ਇਸ ਸ਼ਬਦ ਨੂੰ ਦਰੁਸਤ ਕਰਨ ਲਈ, ਕਿਉਂਕਿ ਜੇਠਾ ਸ਼ਬਦ ਬੜੀ ਵਾਰੀ ਵਰਤਿਆ, ਪਰ ਉਂਝ ਗੁਰੂ ਇਤਿਹਾਸ ਵਿੱਚ ਭੱਟਾਂ ਨੇ ਲੈਣੇ ਤੋਂ ਅੰਗਦ ਵਰਤਿਆ, ਪਰ ਜੇਠੇ ਤੋਂ ਰਾਮਦਾਸ ਨਹੀਂ ਕਿਤੇ ਵਰਤਿਆ। ਨਹੀਂ ਵਰਤਿਆ ਨਾ ਜੀ। ਭਾਈ ਗੁਰਦਾਸ ਸਾਹਿਬ ਨੇ ਨਹੀਂ ਵਰਤਿਆ। ਉਹ ਕਹਿੰਦਾ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਰਬਾਬੀਆਂ ਨੇ ਨਹੀਂ ਵਰਤਿਆ। ਹਾਲਾ ਰਬਾਬੀਆਂ ਨੇ ਪਾਇਆ ਲੈਣੇ ਦੀ ਫੇਰ ਆਈਏ ਨਾਨਕਾ ਦੋਈ ਖੱਟੀਏ, ਵਰਤਿਆ ਨਾ ਰਾਮਕਲੀ ਕੀ ਵਾਰ ਚ। ਪਰ ਗੁਰੂ ਰਾਮਦਾਸ ਨੇ ਸਿੱਧਾ ਵਰਤਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਕਹਿ ਲਗੇ ਢਾ ਦਿਓ। ਮਹਾਰਾਜ ਨੇ ਢਾ ਦਿੱਤੇ, ਰਾਮੇ ਨੇ ਨਹੀਂ ਢਾਇਆ। ਸਤਿਗੁਰੂ ਕਹਿੰਦੇ ਢਾਓ, ਮੇਰੀ ਮਰਜ਼ੀ ਦਾ ਨਹੀਂ ਬਣਿਆ। ਬਸ ਆਹ ਇੱਕ ਉਦਾਹਰਨ ਹੈ, ਮੈਂ ਇਹਨੂੰ ਮਿਟਣਾ। ਉਹਨਾਂ ਨੇ ਪਤਾ ਉੱਤਰ ਕੀ ਦਿੱਤਾ, ਕਹਿਣ ਲੱਗੇ ਮੈਂ ਉਸ ਤਰ੍ਹਾਂ ਹੀ ਕੱਲ ਵੀ ਬਣਾਇਆ ਸੀ, ਪਰਸੋਂ ਵੀ, ਅੱਜ ਵੀ ਉਸੇ ਤਰ੍ਹਾਂ ਬਣਾਇਆ ਹੈ। ਸਵੇਰੇ ਨਾ ਮੈਂ ਬਣਾਣਾ ਨਾ ਮੈਨੂੰ ਢਾਣਾ ਹੈ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗਾ ਕਸੂਰ ਮੇਰਾ ਨਹੀਂ, ਆਪ ਜੀ ਦੀ ਆਰਬਲਾ ਇੰਨੀ ਵਡੇਰੀ ਹੋ ਗਈ, ਤੁਸੀਂ ਸਵੇਰੇ ਜੋ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ। ਇਹ ਈਗੋ ਜਾਗ ਪਈ ਨਾ, ਤੁਸੀਂ ਜੋ ਕਹਿੰਦੇ ਹੋ ਭੁੱਲ ਜਾਂਦੇ ਹੋ। ਸਵੇਰੇ ਨਹੀਂ ਆਏ, ਚੌਥੇ ਦਿਨ ਗੁਰੂ ਰਾਮਦਾਸ ਆਏ, ਉਸ ਦਿਨ ਢਵਾਇਆ, ਪੰਜਵੇਂ ਦਿਨ, ਛੇਵੇਂ ਦਿਨ। ਜਦੋਂ ਸੱਤਵੇਂ ਦਿਨ ਆਏ ਨਾ, ਮਹਾਰਾਜ ਕਹਿੰਦੇ ਰਾਮਦਾਸ ਸਾਡੀ ਮਰਜ਼ੀ ਦਾ ਨਹੀਂ ਬਣਿਆ। ਬਸ ਥੜੇ ਵੱਲ ਨਹੀਂ ਗਏ, ਗੁਰੂ ਅਮਰਦਾਸ ਦੇ ਚਰਨਾਂ 'ਚ ਟਹਿ ਪਏ। ਸਾਡੀ ਮਰਜ਼ੀ ਦਾ ਨਹੀਂ ਬਣਿਆ। ਇਹ ਵੇ ਮੈਂ ਮਰੀ ਹੋਈ, ਸਾਡੀ ਮਰਜ਼ੀ ਦਾ ਨਹੀਂ ਬਣਿਆ। ਤੇ ਚਰਨਾਂ 'ਚ ਡਿੱਗ ਕੇ ਬੱਚੇ ਦੀ ਤਰ੍ਹਾਂ ਵਿਲਕ ਕੇ ਕਹਿੰਦੇ ਸਤਿਗੁਰੂ ਤੁਹਾਡੀ ਮਰਜ਼ੀ ਦਾ ਬਣਨਾ ਵੀ ਨਹੀਂ। ਕਿਉਂ? ਕਹਿਣ ਲੱਗੇ ਜੋ ਤੁਸੀਂ ਸਵੇਰੇ ਕਹਿੰਦੇ ਹੋ ਮੈਂ ਸ਼ਾਮ ਤੱਕ ਭੁੱਲ ਜਾਣਾ। ਫਰਕ ਹੈ ਨਾ ਜੀ। ਉਹਨਾਂ ਸ਼ਬਦ ਕਹਿ ਵੀ ਤੁਸੀਂ ਭੁੱਲਦੇ ਹੋ। ਕਹਿਣ ਲੱਗੇ ਮਹਾਰਾਜ ਜੋ ਤੁਸੀਂ ਸਵੇਰੇ ਕਹਿੰਦੇ ਹੋ ਮੈਂ ਭੁੱਲ ਜਾਣਾ, ਤੇ ਦੂਜੀ ਮੈਂ ਤੁਹਾਡੇ ਤੋਂ 7 ਦਿਨਾਂ ਦੀ ਮਾਫੀ ਮੰਗਣਾ। ਇੱਕ ਦਿਨ ਕੋਈ ਗਲਤੀ ਕਰੇ, 2 ਦਿਨ ਕਰੇ, 3 ਦਿਨ ਕਰੇ, ਮੈਂ 7 ਦਿਨ ਹੋ ਗਿਆ ਗਲਤੀਆਂ ਕਰਨਾ ਪਿਆ, ਤੁਸੀਂ ਮੈਨੂੰ ਫਿਰ ਬਖਸ਼ਦੇ ਪਏ ਹੋ। ਮਹਾਰਾਜ ਨੇ ਸੀਨੇ ਨਾਲ ਲਾਇਆ, ਰਾਮਦਾਸ 7 ਥੜੇ ਨਹੀਂ ਬਣੇ, 7 ਪੀੜ੍ਹੀਆਂ ਦੀ ਤੇਰੇ ਘਰ ਗੱਦੀ ਚਲੀ ਗਈ ਹੈ। ਫਰਕ ਹੈ ਨਾ ਜੀ ਦੋਨਾਂ 'ਚ। ਕਵੀ ਸੰਤੋਖ ਸਿੰਘ ਦੇ ਸ਼ਬਦ ਨੇ, ਗੁਰੂ ਰਾਮਦਾਸ ਕਹਿੰਦੇ ਨੇ ਖਾਓ ਅਜਾਨ ਨਿਤ ਭੂਲਣ ਖਾਰੋ। ਸਮਾਂ ਮਿਲਿਆ ਮੈਂ ਭਾਈ ਸਾਹਿਬ ਦੇ ਜੀਵਨ ਸੰਬੰਧੀ ਲਿਖਾਂਗਾ ਵੀ, ਵਾਹਿਗੁਰੂ ਕਰੇ ਹੁਣ ਤਾਂ ਮਿਲ ਹੀ ਜਾਣਾ। ਜੇ ਘਰ ਟੇਕ ਕੇ ਬਹਿ ਗਏ ਤਾਂ ਚਲੋ ਹੈ ਤਾਂ ਖੇਡ ਹੀ। ਮੈਂ ਤਾਂ ਸਿੰਘਣੀ ਨੂੰ ਕਿਹਾ ਵੀ ਹੁਣ ਇੱਕੋ ਕੰਮ ਕਰੀਏ, ਤੂੰ ਪ੍ਰਸ਼ਾਦਾ ਪਕਾ, ਆਪਾਂ ਦੋਵੇਂ ਰਲ ਕੇ ਗੁਰੂ ਗੁਰੂ ਜਪੀਏ। ਹਾਂਜੀ ਵੇਖੋ, ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਕਵੀ ਸੱਜਣ ਬੈਠਿਆ, ਗ੍ਰੰਥ 'ਚ ਬਹੁਤ ਕੁਛ ਹੈ ਜਿਹੜਾ ਗੁਰਮਤਿ ਨਾਲ ਮੇਲ ਨਹੀਂ ਖਾਂਦਾ, ਬਹੁਤ ਕੁਛ ਹੈ। ਪਰ ਕੋਈ ਮਾਈ ਦਾ ਲਾਲ ਮੈਨੂੰ ਇਹ ਦੱਸ ਦੇ ਕਿਹੜਾ ਕਥਾਵਾਚਕ ਤੇ ਕਿਹੜਾ ਰਾਈਟਰ ਹੈ ਜਿਹਨੇ ਭਾਈ ਸੰਤੋਖ ਸਿੰਘ ਤੋਂ ਬਿਨਾਂ 4 ਅੱਖਰ ਲਿਖੇ ਹੋਣ। ਭਾਈ ਕਾਹਨ ਸਿੰਘ ਨਾਭਾ, ਉਹਨਾਂ ਦੇ ਗੁਰਮਤਿ ਸੁਧਾਕਰ ਪ੍ਰਭਾਕਰ ਪੜ੍ਹਿਓ। ਈਵਨ ਕਿ ਮੈਕਾਲਫ ਵਰਗਾ ਬੰਦਾ ਗੋਰਾ, ਉਹਨਾਂ ਦੀ ਹਿਸਟਰੀ ਪੜ੍ਹੋ ਤੁਸੀਂ, ਉਹਦੇ 'ਚ ਉਹਨੇ ਕੋਟ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਦੀਆਂ ਬਬਾਣੀਆਂ ਕਹਾਣੀਆਂ 'ਚ ਮੈਂ ਕਈ ਉਦਾਹਰਨਾਂ ਦਿਆਂਗਾ, ਉਹਨਾਂ ਨੇ ਕੋਟ ਕੀਤਾ ਭਾਈ ਸੰਤੋਖ ਸਿੰਘ ਨੂੰ। ਕਿਉਂਕਿ ਕਵੀ ਸੰਤੋਖ ਸਿੰਘ ਤੋਂ ਪਹਿਲਾਂ ਸਿੱਖਾਂ ਕੋਲ ਕੋਈ ਇੱਕ ਗ੍ਰੰਥ ਨਹੀਂ ਸੀ ਜਿਹਦੇ ਵਿੱਚ 10 ਗੁਰੂ ਸਾਹਿਬਾਨਾਂ ਦਾ ਜੀਵਨ ਹੋਵੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ। ਮੈਂ ਚਲੋ ਹੰਕਾਰ 'ਚ ਨਹੀਂ ਕਹਿੰਦਾ, ਮੈਂ ਇੱਕ ਹੀ ਕਹਾਂਗਾ ਜਿਹੜੇ ਰੌਲਾ ਪਾਉਂਦੇ ਆ ਨਾ, ਉਹ ਇੱਕੋ ਕੰਮ ਕਰਨ। ਸੰਗਤ 'ਚ ਵੇਖ ਕੇ ਭਾਈ ਸੰਤੋਖ ਸਿੰਘ ਦਾ ਗਰਭਗੰਜਨੀ ਦਾ ਟੀਕਾ ਪੜ੍ਹਦੇ ਨੇ, ਮੈਂ ਉਹਨਾਂ ਨੂੰ ਮੱਥਾ ਟੇਕ ਦਿਆਂਗਾ। ਗਰਭਗੰਜਨੀ ਦਾ ਟੀਕਾ ਕਿਸੇ ਜ਼ਿਕਰ ਕੀਤਾ ਕਦੀ? ਕੋਈ ਨਹੀਂ ਕੀਤਾ। ਤੇ ਯਾਦ ਰੱਖੋ, ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਇਹਦੀ ਸੁਚਮਤਾ ਨਾਲ ਪਹਿਲੀ ਵਾਰੀ ਅਰਥ ਭਾਈ ਸੰਤੋਖ ਸਿੰਘ ਨੇ ਕੀਤੇ ਸਨ। 2.5 ਲੱਖ
ਸਤਰ ਉਹਨੇ ਗੁਰੂ ਸਾਹਿਬ ਦੀ ਸਿਫਤ 'ਚ ਲਿਖੀ ਹੈ। ਸ਼ਾਇਦ ਆਪ ਨੂੰ ਪਤਾ ਹੋਵੇ, ਮੈਂ ਇੱਕ ਵਾਰ ਕਥਾ ਕੀਤੀ ਸੀ, ਉਹਨਾਂ ਦੇ ਇੱਕ ਪੂਰਾ ਅਧਿਆਇਕ ਹੈ। ਮੈਨੂੰ ਸਵੇਰੇ ਦਿਓ ਕਾਗਜ਼, ਮੈਂ ਲੀਕਾਂ ਮਾਰ ਕੇ ਆਹ ਵੀ ਗਲਤ, ਆਹ ਵੀ ਗਲਤ। ਉਹਨੇ ਗੱਲ ਕਹੀ, ਮੈਂ ਬੱਚਾ ਹਾਂ, ਮੇਰੀ ਬੇਨਤੀ ਸੁਣਿਓ ਗੁਰਮਖੋ, ਮੇਰਾ ਵਿਸ਼ਾ ਨਹੀਂ ਸੀ ਇਹ, ਪਰ ਮੈਂ ਯਾਦ ਆ ਗਿਆ, ਮੈਂ ਬੱਚਾ ਹਾਂ, ਮੇਰੇ ਤੋਂ ਭੁੱਲ ਹੋਈ ਤੋਤਲੀ ਜ਼ਬਾਨ 'ਚ ਮੈਂ ਬਿਲਕੁਲ ਲਿਖ ਕੇ ਦੇ ਚਲਿਆ, ਜਿੱਥੇ ਮੇਰੀ ਊਣ ਤੇ ਹੀ ਲੱਗੇ ਤੁਸੀਂ ਲਿਖ ਕੇ ਨਵਾਂ ਬਣਾ ਲੈਣਾ। ਕੱਟ ਤਾਂ ਮੈਂ ਵੀ ਦੇਵਾਂਗਾ, ਲਿਖੇਗਾ ਕੌਣ? ਪਿਆਰਿਓ, ਜਿਸ ਦਿਨ ਦਰਬਾਰ ਸਾਹਿਬ ਲੈ ਕੇ ਆਏ ਸਨ ਗ੍ਰੰਥ, ਆਪ ਜੀ ਨੂੰ ਪਤਾ ਹੈ, ਸੰਗਤ ਪਾਲਕੀ ਲੈ ਕੇ ਗਈ ਸੀ। ਭਾਈ ਜੀ ਨੇ ਕਿਹਾ ਨਹੀਂ, ਮੈਂ ਪਾਲਕੀ 'ਚ ਨਹੀਂ ਬੈਠਣਾ, ਇਹ ਗੁਰੂ ਰਾਮਦਾਸ ਦਾ ਘਰ ਹੈ, ਪਾਲਕੀ 'ਚ ਨਹੀਂ ਬੈਠੇ। ਹੱਥ ਲਾਏ, ਜਦੋਂ ਤਖਤ ਤੇ ਗ੍ਰੰਥ ਦਿੱਤੇ, ਵਾਪਸ ਗਏ। ਉਸੇ ਦਿਨ ਵਾਪਸ ਜਾ ਕੇ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਅਭਿਆਸ ਕਰਦੇ ਪ੍ਰਾਣ ਤਿਆਗ ਗਏ ਸਨ। ਤਾਰਨ ਸਿੰਘ ਲਿਖਦਾ ਹੈ, ਮੈਨੂੰ ਅੰਜ ਭਾਸਦਾ ਹੈ ਕਿ ਸਤਿਗੁਰੂ ਤੂੰ ਇਹਨੂੰ ਭੇਜੇ ਕੇਵਲ ਆਪਣੇ ਅਰਥਾਂ ਲਈ ਸੀ। ਉਹ ਅਖੀਰ ਤੇ ਦੇਖੋ ਉਹਨਾਂ ਦੇ ਸ਼ਬਦ ਕੀ ਸਨ। ਮੈਂ ਸਮਾਪਤੀ ਕਰਨ ਲੱਗਾ, ਥੋੜੀ ਜੀ ਉਹਨਾਂ ਦਾ ਆ ਗਿਆ, ਪਰ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਮਰ ਮਰ ਜੀਵੈ ਪਿਆਰਿਓ, ਜਦੋਂ ਅੰਤਲਾ ਸਮਾਂ ਆਇਆ ਨਾ, ਉਹਨਾਂ ਲਫ਼ਜ਼ ਜਿਹੜੇ ਕਹੇ, ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾਹੜ, ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਸ਼ਬਦ ਬੇਰੀ ਆਇਆ ਨਾ, ਸਤਿਗੁਰ ਮਮ ਬੇਰੀ ਕਟੋ, ਹੇ ਗੁਰੂ ਗੋਬਿੰਦ ਸਿੰਘ ਮੇਰੀਆਂ ਬੇੜੀਆਂ ਕੱਟ ਦੇ, ਜਿਹੜੇ ਬੰਧਨ ਪਏ ਨੇ। ਨਿਜ ਬੇਰੀ ਪਰ ਚਾੜ, ਆਪਣੇ ਨਾਮ ਦੀ ਬੇੜੀ ਤੇ ਮੈਨੂੰ ਬਿਠਾ ਲੈ। ਇਹ ਬੇਰੀ, ਹੁਣ ਤੀਜੇ ਬੇਰੀ ਦਾ ਅਰਥ ਹੈ ਵਾਰੀ। ਪਹਿਲਾ ਬੇਰੀ ਦਾ ਅਰਥ ਸਤਿਗੁਰ ਮਮ ਬੇਰੀ ਕਟੋ, ਬੇਰੀ ਦਾ ਅਰਥ ਬੇੜੀਆਂ ਸੰਗਲ। ਦੂਜੀ ਬੇਰੀ ਦਾ ਅਰਥ ਕਿਸ਼ਤੀ। ਤੀਸਰੀ ਬੇਰੀ ਦਾ ਅਰਥ ਹੈ ਵਾਰੀ, ਤੇ ਚੌਥੀ ਬੇਰੀ ਦਾ ਅਰਥ ਹੈ ਦੇਰੀ। ਸਿਰ ਮੈਂ 2 ਸਤਰਾਂ ਬੋਲਣ ਲੱਗਾ। ਪਿਆਰਿਓ, ਮੈਂ ਫਿਰ ਬੇਨਤੀ ਕਰਾਂਗਾ ਕਿ ਉਸ ਵਿਚਾਰੇ ਨੂੰ ਇੰਨੀ ਤੋਹੀਨ ਨਾ ਕਰੋ, ਉਹਦੀ ਰੱਬ ਦਾ ਵਾਸਤਾ ਜੀ। ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾੜ, ਇਹ ਬੇਰੀ ਕੋਈ ਭਵ ਸਖਬ ਸਫਲ ਬਿਨ ਬੇਰੀ ਕਰ ਪਾਰ। ਐਸ ਵਾਰੀ ਲਾ ਦੇ ਕਿਨਾਰੇ ਤੇ ਵਾਰ-ਵਾਰ ਕਿਉਂ ਘਲਣਾ ਪਿਆ ਹੈ। ਅਖੀਰ ਤੇ ਜਿੱਦਣ ਸਰੀਰ ਛੱਡਿਆ ਉਦਣ ਰਾਤ ਗਾਉਂਦੇ ਸਨ, ਅਬ ਆਨ ਕੀ ਆਸ ਨਿਰਾਸ ਭਈ, ਕਲਗੀ ਤਰਬਾਸ ਕੀ ਓ ਮਨ ਮਾਹੀ। ਫਿਰ ਸੁਣਿਓ, ਅਬ ਆਨ ਕੀ ਆਸ ਨਿਰਾਸ ਭਈ, ਕਲਗੀ ਤਰਬਾਸ ਕੀ ਓ ਮਨ ਮਾਹੀ। ਮੈਂ ਤਾਂ ਇੱਕ ਦਿਨ ਕਿਹਾ, ਸਿੱਖੋ, ਸ਼ੇਕਸਪੀਅਰ ਦਾ ਘਰ ਅਜੇ ਤੱਕ ਸਾਂਭ ਕੇ ਰੱਖਿਆ। ਭਾਈ ਸੰਤੋਖ ਸਿੰਘ ਦੀ ਹਵੇਲੀ 'ਚ ਬਾਣੀਆਂ ਰਹਿੰਦਾ ਕੈਥਲ, ਜਿੱਥੇ ਗ੍ਰੰਥ ਲਿਖੇ ਗਏ ਸਿੱਖ ਉਹਨੂੰ ਖਰੀਦ ਵੀ ਨਹੀਂ ਸਕੇ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਉਹਦੇ ਬਾਰੇ ਜੇ ਕਿਸੇ ਡਿਟੇਲ ਨਾਲ ਪੜ੍ਹਨਾ ਹੈ ਨਾ, ਮੇਰੇ ਸੁਣੇ ਸ਼ਬਦ ਮੈਂ ਮੰਨਿਆ ਕਿ ਉਸ ਗ੍ਰੰਥ ਵਿੱਚ ਕਈ ਗੱਲਾਂ ਜਿਹੜੀਆਂ ਨੇ ਮਿਲਾਵਟ ਨੇ, ਇਹਨੂੰ ਅਸੀਂ ਸਵੀਕਾਰਨੇ ਆ, ਪਰ ਤੁਸੀਂ ਇਹ ਸ਼ਬਦਾਵਲੀ ਐਡੀ ਭੈੜੀ ਉਹਦੇ ਲਈ ਵਰਤੋ, ਕੀ ਸ਼ੋਭਾ ਦਿੰਦਾ ਜੀ। ਹਜ਼ਰਤ ਮੁਹੰਮਦ ਸਾਹਿਬ ਦਾ ਜੀ ਮੈਂ ਬਚਨ ਪੜ੍ਹ ਰਿਹਾ ਸਾਂ, ਉਹ ਕਹਿੰਦਾ, ਜਿਹੜਾ ਬੰਦਾ ਈਰਖਾ ਵਸ ਕਿਸੇ ਦੀ ਤੋਹੀਨ ਕਰਦਾ, ਚੇਤੇ ਰੱਖਿਓ ਬੰਦਾ ਖੁਦ ਅੰਦਰੋਂ ਭ੍ਰਿਸ਼ਟਿਆ ਹੋਇਆ ਹੈ। ਪਰ ਮੈਂ ਤੁਹਾਨੂੰ ਵਿਸ਼ੇ ਤੇ ਆਉਣ ਲੱਗਾ। ਉਹ ਜਦੋਂ ਮਹਾਰਾਜ ਜੀ ਨੇ ਕਿਹਾ ਮੇਰੇ ਤੋਂ ਨਹੀਂ ਮੰਨੇ, ਮੇਰੀ ਸਮਝ ਕੋਈ ਨਹੀਂ, ਉੱਥੇ ਫਿਰ ਜੋ ਕਵੀ ਜੀ ਨੇ ਲਿਖਿਆ, ਆਂਦੇ ਨੇ ਹੱਥ ਜੋੜ ਕੇ ਖਲੋ ਗਏ ਤੇ ਕਹਿੰਦੇ, ਹਉ ਅਜਾਨ ਨਿਤ ਭੁੱਲਣ ਹਾਰੋ। ਗੁਰੂ ਅਮਰਦਾਸ ਮੈਂ ਰੋਜ਼ ਭੁੱਲ ਜਾਣਾ। ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਤੁਸੀਂ ਕਿਰਪਾਲੂ ਰੋਜ਼ ਬਿਰਦ ਨੂੰ ਸੰਭਾਲ ਦੇਖੋ। ਹਉ ਅਜਾਨ ਨਿਤ ਭੁੱਲਣ ਹਾਰੋ, ਤੁਮ ਕਿਰਪਾਲ ਨਿਜ ਬਿਰਦ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ। ਇੱਕ ਵਾਰੀ ਨਹੀਂ, ਕਿੰਨੀਆਂ ਗਲਤੀਆਂ ਕੀਤੀਆਂ, ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਈ। ਫਿਰ ਸੁਣੋ, ਅਪਰਾਧੀ ਅਰ ਮੂਰਖ ਕੋਈ। ਉਹ ਏਡੀ ਨਿਮਰਤਾ ਸਤਿਗੁਰੂ। ਤੇ ਆਪ ਰੋਜ਼ ਪਾਠ ਕਰਦੇ ਹੋ, ਜਦੋਂ ਸੁਣਦੇ ਹੋ, ਹੁਣੇ ਮੈਂ ਪਾਠ ਕੀਤਾ, ਹਮ ਗਰੀਬ ਮਸਕੀਨ ਪ੍ਰਭ ਤੇਰੇ ਘਰ ਰਾਖ ਰਾਖ, ਵੱਡ ਵੱਡਾ ਇਹ ਸਤਿਗੁਰੂ। ਸੁਣੋ ਇਸ ਬੇਨਤੀ ਨੂੰ, ਮਹਾਰਾਜ ਮੈਂ ਮਰ ਗਈ। ਹੁਣ ਉਹ ਜਿਹੜੀ ਸ਼ਬਦ 'ਚ ਮੈਂ ਮਰੀ ਗਏ, ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਵਖਾਣੈ। ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਦੇਣਾ। ਪਿਆਰਿਓ, ਉਹ ਮਰਨਾ ਅਸਲ 'ਚ ਕੀ ਹੈ? ਆਪ ਗੁਰਮੁਖ ਬੈਠੇ ਹੋ, ਜਦੋਂ ਸ਼ਬਦ ਵਿੱਚ ਹਉਮੈ ਦਾ ਵਿਨਾਸ਼ ਹੁੰਦਾ ਹੈ,
ਉਦੋਂ ਸੱਚ ਇਵੇਂ ਮਰਜੀਵੜਾ ਅੱਖ ਬੰਦ ਕਰਕੇ ਬੈਠਾ ਹੋਵੇ, ਅੱਖਾਂ ਤੋਂ ਬਿਨਾਂ ਵੇਖਣ ਲੱਗ ਪੈਂਦਾ। ਅੱਖੀ ਬਾਝੋ ਵੇਖਣਾ, ਵਿਨ ਕੰਨਾ ਸੁਣਨਾ, ਪੈਰਾਂ ਬਾਝੋ ਜੀਭਾ ਬਾਝੇ ਬੋਲਣਾ, ਵਿਨ ਹੱਥਾਂ ਕਰਨਾ। ਮਹਾਰਾਜ ਕਹਿੰਦੇ ਨੇ ਉਹ ਬੰਦਾ ਜਿਉਂਦੇ ਜੀ ਮਰ ਗਿਆ। ਅੱਖਾਂ ਤੋਂ ਬਿਨਾਂ ਵੇਖਣਾ ਕੀ ਹੈ? ਆਮ ਇਹ ਕਿਹਾ ਵੀ ਪਰਾਏ ਦ੍ਰਿਸ਼ਟ ਵੱਲੋਂ ਰੁਕ ਗਿਆ, ਇਹ ਤਾਂ ਚਲੋ ਨੋਰਮਲ ਜੀ ਗੱਲ ਹੈ। ਨਹੀਂ, ਜਦੋਂ ਆਪਣੇ ਆਪ 'ਚ ਮਰ ਜਾਂਦਾ, ਇੰਨਾ ਕੁ ਵਿਰਾਟ ਹੋ ਜਾਂਦਾ ਹੈ, ਉਹ ਨੇਤਰ ਬੰਦ ਕਰਕੇ ਵੀ ਸਭ ਕੁਝ ਤੱਕੀ ਜਾਂਦਾ ਹੈ। ਸੱਚ ਇਹ ਵੇ, ਉਹ ਕੰਨਾਂ ਤੋਂ ਬਿਨਾਂ ਸ਼ਬਦ ਸੁਣੀ ਜਾਂਦਾ। ਮੈਂ ਬੋਲ ਰਹਾ ਤੇ ਸ਼ਬਦ, ਉਹਨੂੰ ਕੰਨ ਦੀ ਕੀ ਲੋੜ ਜੀ? ਉਹ ਹੱਥਾਂ ਤੋਂ ਬਿਨਾਂ ਕਿਰਤ ਕਰੀ ਜਾ ਰਿਹਾ ਹੈ, ਉਹ ਪੈਰਾਂ ਤੋਂ ਬਿਨਾਂ ਪੰਧ ਤੈਅ ਕਰੀ ਜਾ ਰਿਹਾ ਹੈ, ਕਿਉਂਕਿ ਆਪਣੇ ਆਪ ਨੂੰ ਉਹਨੇ ਮਾਰ ਦਿੱਤਾ। ਗੁਰੂ ਜੀ ਕਹਿੰਦੇ ਆ ਕਿ ਦੇਖ ਲਾ ਲਓ, ਮਰ ਤਾਂ ਇਹ ਵੀ ਗਏ, ਕਿੰਨੀ ਦੁਰਗਤੀ ਨਾਲ ਮਰੇ, ਪਰ ਕਹਿੰਦੇ ਜਿਹੜਾ ਸ਼ਬਦ ਵਿੱਚ ਮਰੇ, ਨਾਮ ਵਿਖਾਣ ਕੇ ਮਰੇ, ਨਾਨਕ ਮਰ ਮਰ ਜੀਵੈ ਤਾਂ ਕਿਛ ਪਾਏ। ਮਰ ਜਾਏ ਫਿਰ ਉਹ ਕੁਝ ਪਾ ਲੈਂਦਾ, ਪਰ ਮਰੇ ਕਿਵੇਂ? ਨਾਨਕ ਨਾਮ ਵਿਖਾਣਾ, ਪਰਮਾਤਮਾ ਦੇ ਨਾਮ ਨੂੰ ਵਿਖਾਣ ਕੇ, ਉਹਨੂੰ ਬੋਲ ਕੇ। ਸਤਿਗੁਰੂ ਕਿਰਪਾ ਕਰੇ, ਜਿਵੇਂ ਪਰਮੇਸ਼ਵਰ ਦੀ ਰਜ਼ਾ ਹੈ ਉਸੇ ਤਰ੍ਹਾਂ ਹੀ ਬੰਦਾ ਚੱਲਦਾ ਹੈ। ਆਪਾਂ ਤਾਂ ਬਹੁਤ ਕੁਝ ਸੋਚ ਕੇ ਆਏ ਸਾਂ, ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਦਾਤ। ਪਰ ਤੁਸੀਂ ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ। ਅਸੀਂ ਆਪਣੇ ਵੱਲੋਂ ਤਾਂ ਯਤਨ ਕੀਤਾ, ਪਰ ਮੈਂ ਸੋਚਣਾ ਪਤਾ ਨਹੀਂ 2 ਸਾਲ ਹੋ ਗਏ ਆ, ਬੜੀ ਡਿਸਟਰਬੈਂਸ ਜੀ ਹੋ ਰਹੀ ਹੈ। ਪਿਛਲੇ ਸਾਲ ਗੋਲੀ ਚੱਲ ਗਈ ਸੀ ਜੀ, ਹੈ ਨਾ, ਉਦੋਂ ਵੀ ਸੰਗਤ ਸਵਾਈ ਜੀ ਹੋ ਗਈ ਕੋਈ ਦਿਨ, ਅਤੇ ਐਤਕੀ ਇਹ ਭਾਣਾ ਵਾਪਰਿਆ। ਮਹਾਰਾਜ ਅੱਗੇ ਐਤਵਾਰ ਨੂੰ ਅਰਦਾਸ ਕਰਿਓ, ਸੱਚੇ ਪਾਤਸ਼ਾਹ ਜੇ ਕੋਈ ਸਾਡੇ ਤੋਂ ਭੁੱਲ ਹੋ ਗਈ ਹੈ ਤੇ ਕਿਰਪਾ ਕਰ ਸਾਡੇ ਇਸ ਪ੍ਰੋਗਰਾਮ ਵਿੱਚ ਆਪਣੀ ਰਹਿਮਤ ਵਰਤਾਈ। ਮੇਰੇ ਤੋਂ ਇਹ ਜਿੰਨੇ ਦੀਵਾਨ 6 ਦੀਵਾਨ ਇੱਥੇ ਹਾਜ਼ਰੀ ਭਰੀ ਹੈ, ਅਟਾਹੂ 2 ਦਿਨ ਗੁਰੂ ਘਰ, ਇੰਨੇ ਦਿਨ ਬੋਲਦਿਆਂ ਕੋਈ ਲਫ਼ਜ਼ ਤਲਫਜ਼ ਬਹੁਤ ਭੁੱਲਾਂ ਹੋਈਆਂ ਨੇ। ਕਿਰਪਾ ਕਰਕੇ ਬਖਸ਼ ਦਿਆ ਜੇ। ਆਪ ਸੰਗਤ ਦਾ, ਸਮੂਹ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ।